ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਅੱਜ ਦਾਸ ਚੱਲ ਰਹੀ ਬੜੀ ਵਾਰ ਕਥਾ ਦੇ ਪ੍ਰਸੰਗ ਦੇ ਤਹਿਤ ਹੁਕਮੀ ਹੋਵਨ ਆਕਾਰ, ਇਸ ਦੇ ਉੱਪਰ ਜੋ ਤਿਲ ਮਾਤਰ ਵਿਚਾਰ ਹੈ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਸੋ ਜਿਵੇਂ ਇਸ ਗੁਰਬਾਣੀ ਦੀ ਪੰਕਤੀ ਤੋਂ ਹੀ ਜ਼ਾਹਰ ਹੈ ਕਿ ਜਦ ਵਾਹਿਗੁਰੂ ਜੀ ਹੁਕਮ ਕਰਦਾ ਹਨ, ਹੁਕਮ ਤੋਂ ਇਹ ਸਾਰੇ ਜਿੰਨੇ ਆਕਾਰ ਹੈ, ਸਰੀਰ ਹੈ, ਇਹ ਸਾਰੇ ਜਿਹੜੇ ਹਨ ਹੁਕਮ ਤੋਂ ਪੈਦਾ ਹੁੰਦੇ ਹੈ। ਸਾਰੇ ਕਾਰਾਂ ਦੀ ਜਿਹੜੀ ਹੈ ਨਾ ਉਤਪਤੀ ਹੈ ਵਾਹਿਗੁਰੂ ਜੀ ਦੇ ਹੁਕਮ ਤੋਂ ਹੁੰਦੀ ਹੈ। ਸੋ ਇੱਕ ਗੁਰਬਾਣੀ ਦੇ ਅੰਦਰ ਹੈ ਨਾ ਬੜਾ ਸਪਸ਼ਟ ਤੇ ਸਾਫ਼ ਜੋ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਿਆ ਹੈ ਕਿ ਇਹ ਜਿਹੜੇ ਹਨ ਹੁਕਮ ਤੋਂ ਆਕਾਰ ਪੈਦਾ ਹੁੰਦੇ ਆ, ਇਹਦਾ ਕਾਰਨ ਕੀ ਹੈਗਾ। ਸੋ ਜਿਵੇਂ ਸਾਨੂੰ ਗੁਰਬਾਣੀ ਨੇ ਦੱਸਿਆ ਹੈਗਾ ਕਿ ਕਈ ਵਾਰ ਪਸਰਿਓ ਪਸਾਰ ਸਦਾ ਸਦਾ ਇੱਕ ਏਕੰਕਾਰ, ਇਹ ਜਿਹੜਾ ਨਾ ਪਸਾਰਾ ਹੈ ਜੋ ਆਕਾਰਾਂ ਦਾ ਹੈਗਾ, ਇਹ ਕਈ ਵਾਰ ਬਣਿਆ ਹੈਗਾ। ਇਹਦਾ ਮਤਲਬ ਕੀ ਹੈ ਕਿ ਇਹ ਜਿਹੜੇ ਜੀਵ ਹਨ ਜਾਂ ਜੋ ਸੰਸਾਰ ਦੀ ਰਚਨਾ ਹੈ, ਜੋ ਮਾਇਆ ਦੀ ਰਚਨਾ ਹੈ, ਬ੍ਰਹਿਮੰਡ ਦੀ ਰਚਨਾ ਹੈ, ਇਹ ਇੱਕ ਵਾਰ ਨਹੀਂ ਅਨੇਕ ਵਾਰ ਹੋਈ ਆ। ਭਾਵ ਕਿ ਕਈ ਵਾਰੀ ਮਹਾਪਰਲੋ ਆਈ ਆ, ਕਈ ਵਾਰੀ ਉਤਪਤੀ ਹੋਈ ਆ, ਕਈ ਵਾਰੀ ਪਰਲੋ ਹੋਈ ਆ। ਪਰ ਇਹ ਜਿਹੜੀ ਹੈ ਨਾ ਵਾਰ-ਵਾਰ ਉਤਪਤੀ ਹੁੰਦੀ, ਪਰਲੋ ਹੁੰਦੀ, ਇਹਦਾ ਮੇਨ ਕਾਰਨ ਜਿਹੜਾ ਹੈ ਨਾ ਉਹ ਹੁੰਦਾ ਹੈਗਾ ਕਰਮ ਬੰਧਨ। ਇਹ ਜਿਹੜੇ ਜੀਵਾਂ ਦੇ ਕਰਮ ਬੰਧਨ ਹਨ ਇਸ ਸ੍ਰਿਸ਼ਟੀ ਨੂੰ ਪੈਦਾ ਕਰਨ ਦਾ ਮੁੱਖ ਕਾਰਨ ਮੰਨੇ ਜਾਂਦੇ ਆ। ਕਿਉਂਕਿ ਜਦੋਂ ਸ੍ਰਿਸ਼ਟੀ ਲੈ ਹੁੰਦੀ ਹੈਗੀ ਆ, ਉਸ ਟਾਈਮ ਜੀਵ ਦੇ ਜਿੰਨੇ ਵੀ ਕਰਮ ਹੁੰਦੇ ਹਨ ਉਹ ਸਾਰੇ ਰੁਕ ਜਾਂਦੇ ਆ। ਜਦ ਕਰਮ ਰੁਕਦੇ ਹੈ ਕੁਛ ਟਾਈਮ ਲਈ, ਜਦ ਜੀਵ ਬੇਹੋਸ਼ ਹੋ ਜਾਂਦੇ, ਉਹਨਾਂ ਦੇ ਕਰਮ ਰੁਕ ਜਾਂਦੇ, ਕੇਵਲ ਤੇ ਕੇਵਲ ਇਕੱਲੇ ਵਾਹਿਗੁਰੂ ਜੀ ਰਹਿ ਜਾਂਦੇ ਆ। ਉਸ ਤੋਂ ਬਾਅਦ ਫਿਰ ਉਹ ਕਰਮਾਂ ਦੀ ਜਿਹੜੀ ਅਗਲੀ ਗਤੀ ਹੈ ਉਹਨੂੰ ਚਲਾਉਣ ਵਾਸਤੇ ਵਾਹਿਗੁਰੂ ਜੀ ਫਿਰ ਦੁਬਾਰਾ ਜਿਹੜੀ ਨਾ ਸ੍ਰਿਸ਼ਟੀ ਰਚਦੇ ਆ। ਸੋ ਇਸ ਸ੍ਰਿਸ਼ਟੀ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਨਾ ਉਹ ਰਚੀ ਜਾਂਦੀ ਹੈ, ਉਹ ਹੁੰਦੀ ਹੈ ਕਾਲ। ਇਹ ਕਾਲ, ਇਹ ਜਿਹੜਾ ਸਮਾਂ ਹੈਗਾ, ਪਹਿਲਾਂ ਨਾ ਪਰਮੇਸ਼ਰ ਇਹ ਬਣਾਉਂਦਾ ਹੈਗਾ। ਸੋ ਕਾਲ ਤੋਂ ਭਾਵ ਹੈਗਾ ਮੌਤ। ਉਹ ਚੀਜ਼ ਨਿਸ਼ਚਿਤ ਕਰਦਾ ਹੈਗੀ ਆ ਜਿਹੜੀ ਕਾਲ ਇਸ ਸ੍ਰਿਸ਼ਟੀ ਨੂੰ ਖਤਮ ਕਰਨ ਦਾ ਜਿਹੜਾ ਹੈ ਨਾ ਮੁੱਖ ਜੋ ਸਾਧਨ ਬਣਾਇਆ ਜਾਂਦਾ ਹੈਗਾ, ਉਹ ਹੁੰਦਾ ਹੈ ਕਾਲ। ਔਰ ਵਾਹਿਗੁਰੂ ਜੀ ਆਪ ਅਕਾਲ ਵਾ, ਕਿਉਂਕਿ ਕਾਲ ਤੋਂ ਰਹਿਤ ਹੈ। ਇਸ ਕਰਕੇ ਸ੍ਰਿਸ਼ਟੀ ਨੂੰ ਸਾਜਣ ਤੋਂ ਪਹਿਲਾਂ ਪਰਮੇਸ਼ਰ ਕਾਲ ਬਣਾਉਂਦਾ, ਅਤੇ ਕਾਲ ਦੀਆਂ ਹਨ ਤਿੰਨ ਹਾਲਤਾਂ ਪੈਦਾ ਜਿਹੜੀਆਂ ਹੈਗਾ ਉਹ ਸਮੇਂ ਦੀਆਂ ਕਰਦਾ ਹੈ। ਇੱਕ ਤਾਂ ਹੁੰਦਾ ਹੈ ਵਰਤਮਾਨ, ਅਤੇ ਦੂਸਰਾ ਜਿਹੜਾ ਕਾਲ ਹੁੰਦਾ ਹੈਗਾ ਭੂਤ, ਅਤੇ ਇੱਕ ਜਿਹੜਾ ਕਾਲ ਹੁੰਦਾ ਭਵਿੱਖ। ਸੋ ਭੂਤ, ਵਰਤਮਾਨ ਅਤੇ ਭਵਿੱਖ, ਤਿੰਨ ਕਾਲਾਂ ਦੇ ਵਿੱਚ ਇਹ ਜਿਹੜਾ ਸਮਾਂ ਹੈਗਾ ਇਹ ਚੱਲਦਾ ਹੈਗਾ। ਕਿਉਂਕਿ ਤਿੰਨਾਂ ਕਾਲਾਂ ਦੇ ਵਿੱਚ ਸਾਰੀ ਸ੍ਰਿਸ਼ਟੀ ਜਿਹੜੀ ਹੈ ਨਾ ਉਹ ਚੱਲਦੀ ਆ, ਅਤੇ ਇਸੇ ਹੀ ਕਾਲ ਦੇ ਵਿੱਚ ਵਾਹਿਗੁਰੂ ਜੀ ਨੇ 4 ਯੁੱਗਾਂ ਦਾ ਨਿਰਮਾਣ ਕੀਤਾ ਹੈ। ਭਾਵ 4 ਯੁੱਗਾਂ ਦੀ ਚੌਂਕੜੀ ਬਣਾਈ ਹੈ। ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਇਹ 4 ਯੁੱਗਾਂ ਦੀ ਜਿਹੜੀ ਚੌਂਕੜੀ ਹੈਗੀ ਆ ਉਹ ਵੀ ਬਣਾਈ ਹੈ। ਸੋ ਜਦ ਵਾਹਿਗੁਰੂ ਜੀ ਸ੍ਰਿਸ਼ਟੀ ਪੈਦਾ ਕਰਦੇ ਆ, ਆਕਾਰ ਪੈਦਾ ਕਰਦੇ ਆ, ਇਸ ਕਾਰ ਦੇ ਵਿੱਚ ਹੈ ਨਾ ਪਹਿਲਾਂ ਮਾਇਆ ਜਿਹੜੀ ਹੈਗੀ ਆ ਉਹ ਬਣਦੀ ਹੈ, ਜਿਹਨੂੰ ਅਸੀਂ ਕਹਿੰਦੇ ਆ ਤਮੋ, ਰਜੋ ਅਤੇ ਸਤੋ। ਭਾਵ ਕੀ ਹੈ, ਤਮੋ ਗੁਣੀ ਪ੍ਰਧਾਨ ਹੋਣ ਕਰਕੇ, ਰਜੋ ਅਤੇ ਸਤੋ ਦੇ ਸੁਮੇਲ ਕਰਕੇ ਹੈ ਨਾ 3 ਗੁਣੀ ਮਾਇਆ ਬਣਦੀ ਆ। ਫਿਰ ਜਿਹੜੀ ਹੈ ਇਸ ਮਾਇਆ ਦੇ ਨਾਲ ਹੀ ਫਿਰ ਕੁਦਰਤ ਵੀ ਸੱਜ ਜਾਂਦੀ ਆ। 25 ਪ੍ਰਕਿਰਤੀਆਂ 'ਚ ਮਹਾਂਪੁਰਖਾਂ ਨੇ ਕੁਦਰਤ ਜਿਹੜੀ ਉਹ ਮੰਨੀ ਆ ਕਿ ਉਹਦੇ ਵਿੱਚ ਹੈ ਨਾ 25 ਜਿਹੜੀਆਂ ਪ੍ਰਕਿਰਤੀਆਂ ਹੈਗੀਆਂ ਕੁਦਰਤ ਦੇ ਅੰਦਰ ਪਾਈਆਂ ਜਾਂਦੀਆਂ। ਇਸ ਤਰ੍ਹਾਂ ਅਸੀਂ ਦੇਖ ਲੈਂਦੇ ਹਾਂ ਕਿ ਇਹ ਜਿਹੜੇ 5 ਤੱਤ ਹੈਗੇ ਆ, ਇਹਨਾਂ ਤੱਤਾਂ ਦੇ ਫਿਰ ਗਾਂਹ ਅੱਗੇ ਤੋਂ ਅੱਗੇ ਹੈ ਨਾ ਛੋਟੇ ਛੋਟੇ ਜਿਹੜੇ ਹੈਗੇ ਆ ਉਹ ਆਕਾਰ ਹੈ, ਬਨਾਵਟ ਹੈ, ਯਾਨੀ ਇੱਕ ਵੱਖਰਾਪਨ, ਜਿਹਨੂੰ ਅਸੀਂ ਸਹਿਜ ਤੌਰ 'ਤੇ ਕਿਸਮਾਂ ਕਹਿ ਦਿੰਦੇ ਹਾਂ। ਦੇਖੋ, ਅਗਰ ਵਾਹਿਗੁਰੂ ਜੀ ਨੇ ਅਗਨੀ ਤੱਤ ਬਣਾਇਆ ਅਤੇ ਅਗਨੀ ਤੱਤ ਦੀ ਵੀ ਕਿਸਮਾਂ ਹੈਗੀਆਂ। ਅਗਰ ਜਲ ਤਾਤੂ ਬਣਾਇਆ ਹੈ, ਜਲ ਤਾਤੂ ਵਿੱਚ ਵੀ ਕਿਸਮਾਂ ਹੈਗੀਆਂ। ਅਤੇ ਅਗਰ ਮਿੱਟੀ ਤੱਤ ਬਣਾਇਆ, ਮਿੱਟੀ ਵਿੱਚ ਵੀ ਜਿਹੜੀਆਂ ਹਨ ਉਹ ਕਿਸਮਾਂ ਪਰਮੇਸ਼ਰ ਨੇ ਪਾਈਆਂ ਹੈਗੀਆਂ। ਭਾਵ ਕੀ ਆ, ਹਰੇਕ ਦੇ ਅੰਦਰ ਹਰੇਕ ਕਿਸਮਾਂ ਅੱਗੇ ਤੋਂ ਅੱਗੇ ਪੈਦਾ ਹੋਈਆਂ। ਜਿਵੇਂ ਗੁਰਬਾਣੀ ਦੇ ਫਰਮਾਨ ਵਾ, ਕਿਤੇ ਪੌਣ ਪਾਣੀ ਬਸੰਤਰ, ਕਹਿੰਦੇ ਕੋਈ ਗਿਣਤੀ ਨਹੀਂ ਕਿ ਪਾਣੀ ਦੇ ਵਿੱਚ ਕਿੰਨੀਆਂ ਕਿਸਮਾਂ ਬਣਾਤੀਆਂ, ਹਵਾ 'ਚ ਕਿੰਨੀਆਂ ਬਣਾਤੀਆਂ, ਅਗਨੀ 'ਚ ਕਿੰਨੀਆਂ ਬਣਾਤੀਆਂ, ਅਤੇ ਇਸ ਧਰਤੀ ਮਿੱਟੀ ਦੇ ਵਿੱਚ ਕਿੰਨੀਆਂ ਬਣਾਤੀਆਂ। ਇਸ ਤਰ੍ਹਾਂ ਵਾਹਿਗੁਰੂ ਨੇ ਚੰਦਰਮਾ, ਸੂਰਜ ਵਗੈਰਾ ਜਿਹੜੇ ਸਾਰੇ ਮੰਡਲ ਬਣਾਏ ਆ, ਇਹਦੇ ਵਿੱਚ ਕਿੰਨੀਆਂ ਕਿਸਮਾਂ ਬਣਾਤੀਆਂ ਹੈਗੀਆਂ। ਭਾਵ ਕਿ ਲੱਖਾਂ ਚੰਦ, ਲੱਖਾਂ ਸੂਰਜ। ਇਸੇ ਤਰ੍ਹਾਂ ਸਮੁੰਦਰ ਹੈ, ਲੱਖਾਂ ਸਮੁੰਦਰ ਜਿਹੜੇ ਉਹ ਪਰਮੇਸ਼ਰ ਨੇ ਬਣਾਤੇ ਹੈਗੇ ਆ।
इस तरह ये सारी रचना दे विच 4 खाणियां जिहड़ियां हन प्रमुख इत्थे दीयां बनाईਆਂ। इन्हां दे विचों अंडज, जेर, सेतत ते उजपत 4 खाणियां दे विच एक खाणी दे अंदर 21 ਲੱਖ जूनां बनातीਆਂ ते 4 खाणियां दे विच 21 बना के ये टोटल जिहड़ी है ना ये 84 ਲੱਖ जून जिहड़ी है परमेश्वर ने बनाती हैगी है। और इस तरह 4 बाणियां बनातीਆਂ हैगियां। वैखरी है, मधमा, पसंती, परा, ये बाणियां भी बनाईਆਂ। एक तो है बाहरलियां शब्द दियां बोलियां। हुण शब्द दियां बोलियां विच अनेक तरह दियां बोलियां जिहड़ियां परमेश्वर ने अपने बनातीਆਂ हैगियां। भाव की आ कि किसी चीज़ का है ना कोई भी अंत नहीं है। तो जे असी खाणियां की गल करिए तो खाणियां दे विच एक जिहड़ी फीलिंग अनुभवता हुंदी आ वो बराबर हैगी। जदों जिहड़ा जीव है दूसरे जीव नूं जन्म दिंदा, उस जन्म की क्रिया दे विच जिहड़ी अनुभवता हुंदी तकरीबन वो सारे जीवां दे विच जिहड़ी है वो इक्को जी जिहड़ी है रलदी मिलदी पाई जांदी है। इस तरह शब्द दे विच है बोलियां भावें अनेक है पर इहदे विच रोना ते हसना जिहड़ा हैगा ना ये तकरीबन मिलदा जुलदा पाया जांदा हैगा। भाव की है कि जिहड़ा ना 5 तत्तां दा जीव बनाया हैगा, इस जीव दे विच फिर वाहिगुरू ने जिहड़ी है आत्मा हैगी आ वो भी इहदे विच ऐसी बनाती हैगी आ कि इस आत्मा दे फिर 5 जिहड़े है ना भेद हैगे जां भाग हैगे अगे बनाते हैगे आ। जिवें पहला है देह शरीर बनाया, फिर बदेह शरीर बनाया है, फिर अनहद शरीर बनाया, फिर ज्योति शरीर बनाया। इस तरह फिर जिहड़ा हैगा 5वां दिव्य ज्योति शरीर बनाता हैगा परमेश्वर ने। भाव की आ फिर वाहिगुरू जी ने इस विच की भर दिता हैगा कि इहदी जिहड़ी है ना कोई गिणती नहीं हैगी। अगर 4 जागे बनाया इहदे विच शरीर दे विच मन बनाता, बुद्ध बनाती है, चित्त बनाता, हंकार बनाता, फिर पंचैन बनाए, सत, संतोख, दया, धर्म। भाव की आ कि हरेक चीज़ जिहड़ी कर्मां दे बंधनां 'च बनाई आ। इस बंधनां दे विच जिन्ने भी जीव जां जो भी रचना वाहिगुरू ने बनाई है ना, जिवें गुरबाणी दे फरमान है कि कोई भी जीव कोई भी रचना जिहड़ी है ना एक दूसरे वर्गी नहीं है, सब दी भिन्न भिन्नता हैगी आ। सब दे विच है ना कोई जिहड़ी बनावट इक्को जी नहीं हैगी। ना तो शक्ल है, चाहे वो चीज़ जड़ दे विच है चाहे चेतन च है, ना सूरत है ना रंग है, ना बनावट है, ना सुभाव, ना बोली, ना शौक, ना खाण, ना पीण, ना पहनण, ना रहण सहण। भाव कि हरेक चीज़ हरेक दे विच वाहिगुरू ने इन्हां आकारां दे विच ना अलग अलग भर दित्ती हैगी आ। इस तरह असीं देखदे हां कि देखो वाहिगुरू जी जिहड़ी अकाल शक्ति हैगी है जिन्हों असीं निराकार शक्ति आख दिंदे हां, इस निराकार शक्ति ने उस परमेश्वर ने किवें ये जिहड़ी है ना सारी रचना हैगी आ ये माया दी ये आकार दे विच साज दित्ती आ ते इन्हां नूं रंगां रूपां रेखां दे विच इस तरह हिसाब नाल बण दित्ता हैगा ना कि हरेक चीज़ की भिन्नता बनाती है। अगर देखो सूरज का प्रकाश है, देखण नूं तां प्रकाश जिहड़ा सफ़ेद है, भाव कि सफ़ेद करके सारी चीज़ नज़र आउंदी आ। और इस प्रकाश दे विच फिर 7 रंग भर दित्ते आ। फिर उन्हां रंगां दी फिर सूखम अगे तो अगे जिहड़े ना भेद है किस्मां गांह तो गांह जिहड़ी है ना खुलदियां जांदियां हैगियां। इस तरह असीं देख लैंदे अगर बदल बनाए है, बदल तो इक्को ही आ पर इहदे विच गुरबाणी दस्सिआ भी 96 करोड़ी मेघमाला परमेश्वर ने बनाती आ। इस तरह अगर समुंदर इस धरती बनाए तो 7 समुंदर पानी उन्हां दे रंग जिहड़े अलग वा, हरेक चीज़ अलग है। भाव की है कि वाहिगुरू ने जिहड़ा ये भौतिक ब्रह्मंड है जो सानूं नज़र आउंदा इस शरीर द्वारा, इहदे विच ऐसियां घाड़तां बनातीਆਂ हैगियां कि जिन्हां नूं देख के है ना अखां दे विच जां साडे सोच दे विच कई तरह के सवाल आउंदे आ कि इस दा आखर जिहड़ा ये सारी चीज़ है जो खेड तमाशा वाहिगुरू ने बनाया है, इस दा है ना करता भी कोई जरूर होवेगा। फिर इत्थे ही वस नहीं हैगा इस भौतिक ब्रह्मंड विच ते दूसरा जिहड़ा अस्थूल ब्रह्मंड हैगा उहदे विच फिर 14 लोक वाहिगुरू जी ने बनाए हैगे आ। इस तो बाद फिर लखां आकाश लखां पताल परमेश्वर ने बनाए हैगे आ। भाव की आ किसी भी चीज़ का ना कोई अंत नहीं है। जिधर नूं तुसीं मर्जी आपां लै जाइए कि अगर एक मच्छी बनाई है उहदे विच भी कई किस्मां बनातीਆਂ, मच्छर बनाया उहदे विच भी कई किस्मां बनातीਆਂ। जे अगर आपां एक छोटी जी मक्खी जिहदी घरां दे विच चलदी है अगर ਉਹਨੂੰ आपां देखीए अज दी विग्यान जिहड़ी हैरान है कि उस मक्खी दे विच वाहिगुरू ने इन्ने लैंज बनाते आ कि ਉਹਦੀਆਂ ਇੰਨੀਆਂ ਅੱਖਾਂ बनातीਆਂ हैगियां कि आम जिहड़ा इंसान है ना ने इन्हां जीवां दी ਇਹ चीज़ देख के बड़ा हैरान हैगा। हुण कईयां दी जिहड़ी हैगी आ ਉਹ ਅੱਖਾਂ ਦੇ ਵਿੱਚ ਰੋਸ਼ਨੀ इस तरह की बनाती है कि
ਕਈ ਜਾਨਵਰ ਜਿਹੜੇ ਹੈਗੇ ਉਹ ਦਿਨ 'ਚ ਦੇਖ ਸਕਦੇ ਆ ਅਤੇ ਕਈ ਰਾਤ ਨੂੰ ਦੇਖ ਸਕਦੇ ਆ। ਕੋਈ ਐਸੀ ਵੀ ਜੀਵ ਆ ਜਿਹੜੇ ਦਿਨੇ ਵੀ ਦੇਖ ਸਕਦੇ ਆ, ਰਾਤ ਦੇ ਵਿੱਚ ਵੀ ਦੇਖ ਸਕਦੇ ਆ। ਭਾਵ ਕਿ ਹਰੇਕ ਚੀਜ਼ ਜੋ ਆਕਾਰ ਪਰਮੇਸ਼ਰ ਨੇ ਬਣਾਇਆ, ਚਾਹੇ ਕੰਨਾਂ 'ਚ ਸੁਰਤ ਹੈਗੀ ਬਣਾਈ ਆ, ਨੇਤਰਾਂ ਦੇ ਵਿੱਚ ਜਿਹੜਾ ਹੈਗਾ ਉਹ ਵਾਹਿਗੁਰੂ ਨੇ ਰੋਸ਼ਨੀ ਬਣਾਈ ਹੈਗੀ ਆ, ਇਸ ਨੱਕ ਦੇ ਵਿੱਚ ਜਿਹੜੀ ਸੁਗੰਧੀ ਹੈ, ਜੀਭ ਦੇ ਵਿੱਚ ਜਿਹੜੇ ਹੈਗੇ ਉਹ ਰਸਨ ਨੂੰ ਚੱਖਣ ਦੀ ਸ਼ਕਤੀ ਪਰਮੇਸ਼ਰ ਨੇ ਬਣਾਈ ਹੈ। ਭਾਵ ਕਿ ਜੋ ਵੀ ਪਰਮੇਸ਼ਰ ਨੇ ਬਣਾਇਆ ਹੈ ਨਾ, ਇਹ ਬੜੇ ਆਸ਼ਚਰਜ ਭੇਦ ਹੈਗੇ ਆ ਕਿ ਉਸ ਅਕਾਲ ਪੁਰਖ ਜਿਹੜਾ ਨਿਰਾਕਾਰ ਹੈਗਾ, ਉਸ ਨਿਰਾਕਾਰ ਨੇ ਕਿਵੇਂ ਇਹ ਸਾਰੀ ਰਚਨਾ ਜਿਹੜੀ ਹੈ ਨਾ ਇਹ ਆਕਾਰ ਦੇ ਵਿੱਚ ਬਣਾਤੀ ਹੈਗੀ ਆ। ਔਰ ਆਕਾਰ ਵੀ ਐਸੇ ਬਣਾਇਆ ਕਿ ਹਰੇਕ ਦੀ ਜਿਹੜੀ ਹੈ ਨਾ ਖਾਸ ਕਰਕੇ ਬੁੱਧੀ ਹੈਗੀ ਆ, ਇਹਨਾਂ ਗੱਲਾਂ ਨੂੰ ਦੇਖ ਕੇ ਚਕਰਤ ਰਹਿ ਜਾਂਦੀ ਆ। ਇਸੇ ਤਰ੍ਹਾਂ ਅਸੀਂ ਅਸਥੂਲ ਮੰਡਲਾਂ 'ਚ ਵੀ ਦੇਖਦੇ ਹਾਂ ਵੀ ਉਹਨੇ 14 ਵੀ ਲੋਕ ਬਣਾਏ ਆ, ਸੁਰਗ ਨਰਗ। ਭਾਵ ਕੀ ਆ, ਕੀ ਚੀਜ਼ਾਂ ਜਿਹੜੀਆਂ ਹਨ ਉਹ ਪਰਮੇਸ਼ਰ ਨੇ ਬਣਾਤੀਆਂ ਹੈਗੀਆਂ। ਅਤੇ ਇਹ ਸਾਰਾ ਬ੍ਰਹਿਮੰਡ ਹੈ ਨਾ ਬੜਾ ਰੌਣਕੀ ਬਣਾਤਾ ਹੈਗਾ। ਦੇਖੋ ਵਾਹਿਗੁਰੂ ਜੀ ਇੱਕ ਹੈਗੇ ਆ ਅਤੇ ਇੱਕ ਪਰਮੇਸ਼ਰ ਨੇ ਅਨੇਕਤਾ ਦੇ ਵਿੱਚ ਇਹ ਸਾਰੇ ਚੀਜ਼ਾਂ ਬਣਾ ਕੇ ਕਰੋੜਾਂ ਬ੍ਰਹਿਮੰਡ ਬਣਾਏ ਆ ਅਤੇ ਕਰੋੜਾਂ ਬ੍ਰਹਿਮੰਡਾਂ ਵਿੱਚ ਕਰੋੜਾਂ ਤਰ੍ਹਾਂ ਦੀ ਹੀ ਰਚਨਾ ਜਿਹੜੀ ਉਹ ਪੈਦਾ ਕਰ ਦਿੱਤੀ ਆ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਹੈ ਕਿ ਅਕਾਲ ਪੁਰਖ ਕੀ ਦੇਹ ਮੈਂ ਕੋਟਿਕ ਬਿਸ਼ਨ ਮਹੇਸ਼ ਕੋਟ ਇੰਦਰ ਬਰਮਾ ਕਿਤੇ ਰੱਬ ਸਸ ਕਰੋੜ ਜਲੇਸ਼। ਕਹਿੰਦੇ ਕੋਈ ਅੰਤ ਹੀ ਨਹੀਂ ਕਿ ਉਸ ਪਰਮੇਸ਼ਰ ਨੇ ਇਸ ਬ੍ਰਹਿਮੰਡ ਦੇ ਵਿੱਚ ਕੀ ਭਰ ਦਿੱਤਾ ਹੈਗਾ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਇਸ ਪਰਮੇਸ਼ਰ ਦੀ ਜਿਹੜੀ ਵਡਿਆਈ ਹੈਗੀ ਆ ਉਹ ਤਿਲ ਜਿੰਨੀ ਵੀ ਜਿਹੜੀ ਹਨ ਉਹ ਕਹੀ ਨਹੀਂ ਜਾ ਸਕਦੀ। ਅਤੇ ਇਹਨੇ ਜੋ ਵੀ ਇਹ ਰਚਨਾ ਬਣਾਈ ਹੈ, ਇਹ ਜਿਵੇਂ ਪਰਮੇਸ਼ਰ ਨੇ ਆਪਣੇ ਆਪ ਨੂੰ ਆਪੇ ਹੀ ਪੈਦਾ ਕੀਤਾ ਹੈਗਾ ਅਤੇ ਜਦ ਉਹਨੇ ਆਪਣਾ ਸਰੂਪ ਆਪ ਹੀ ਬਣਾਇਆ ਹੈ ਅਤੇ ਇਹ ਸਾਰੀ ਬ੍ਰਹਿਮੰਡ ਦੀ ਰਚਨਾ ਜਿਹੜੀ ਹੈ, ਜਿਹੜੀ ਅਨੰਤ ਹੈਗੀ ਆ, ਉਹ ਪਰਮੇਸ਼ਰ ਨੇ ਕਿਵੇਂ ਸੂਝ ਬੂਝ ਕਿਵੇਂ ਆਪਣੇ ਜਿਹੜੇ ਹੈਗੇ ਆ ਉਹ ਹੁਨਰ ਦੇ ਵਿੱਚ ਇਹ ਸਾਰੀ ਖੇਡ ਜੋ ਬਣਾਈ ਹੈਗੀ ਆ, ਇਸ ਖੇਡ ਨੂੰ ਬਣਾਉਣ ਲੱਗੇ ਪਰਮੇਸ਼ਰ ਨੇ ਕੋਈ ਵਰੇ ਕੋਈ ਸਦੀਆਂ ਕੋਈ ਸਮਾਂ ਨਹੀਂ ਲਾਇਆ। ਭਾਵ ਕੀ ਆ ਕਿ ਅੱਖ ਝਮਕਣ ਤੋਂ ਪਹਿਲਾਂ ਹੈ ਨਾ ਸਾਰੀ ਜਿਹੜੀ ਸ੍ਰਿਸ਼ਟੀ ਹੈ ਪਰਮੇਸ਼ਰ ਨੇ ਉਹ ਬਣਾ ਦਿੱਤੀ ਹੈਗੀ ਆ। ਐਸਾ ਉਹ ਵਾਹਿਗੁਰੂ ਜੀ ਜਿਹੜਾ ਹੈ ਨਾ ਉਹ ਇਸ ਸ੍ਰਿਸ਼ਟੀ ਦਾ ਕਰਤਾ ਹੈਗਾ ਕਿ ਜੇ ਉਹ ਇੱਕ ਅੱਖ ਦੇ ਫੋਰ ਦੇ ਵਿੱਚ ਸਾਰੀ ਸ੍ਰਿਸ਼ਟੀ ਪੈਦਾ ਕਰ ਦਿੰਦਾ ਹੈ ਅਤੇ ਇਸੇ ਹੀ ਅੱਖ ਦੇ ਫੋਰ ਦੇ ਵਿੱਚ ਸਾਰੀ ਸ੍ਰਿਸ਼ਟੀ ਨਾਸ਼ ਕਰਨ ਦਾ ਵੀ ਜਿਹੜਾ ਹੈ ਨਾ ਉਹ ਵਾਹਿਗੁਰੂ ਜੀ ਉਹ ਆਪਣੀ ਤਾਕਤ ਰੱਖਦੇ, ਜਿਹਨੂੰ ਬਣੀ ਕਿਹਾ ਕਿ ਹਰਨ ਭਰਨ ਜਾਂਕਾ ਨੇਤਰ ਫੋਰ, ਕਿ ਇਸ ਸ੍ਰਿਸ਼ਟੀ ਨੂੰ ਨਾਸ਼ ਕਰ ਦੇਣਾ ਦਾ ਬਣਾ ਦੇਣਾ ਇਹ ਉਹਦੇ ਇੱਕ ਅੱਖ ਦੇ ਫੁਰਕੇ ਤੋਂ ਵੀ ਪਹਿਲਾਂ ਦੀ ਗੱਲ ਹੈ। ਤਾਂ ਕਾ ਮੰਤਰ ਨਾ ਜਾਣੇ ਹੋਰ, ਉਹਦੇ ਇਸ ਮੰਤਰ ਨੂੰ, ਇਸ ਭੇਦ ਨੂੰ, ਇਸ ਕ੍ਰਿਤ ਨੂੰ ਜਿਹੜਾ ਨਾ ਦੂਸਰਾ ਕੋਈ ਜਾਣ ਨਹੀਂ ਸਕਦਾ ਹੈਗਾ। ਸੋ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਹੈ ਨਾ ਆਪੇ ਜਾਣੇ ਸੋਈ। ਜਿਹੜੇ ਪਰਮੇਸ਼ਰ ਨੇ ਸ੍ਰਿਸ਼ਟੀ ਬਣਾਈ ਆ ਉਹ ਇਸੇ ਹੀ ਭੇਦ ਨੂੰ ਆਪ ਜਾਣਦਾ ਹੈਗਾ ਕਿ ਕਿਵੇਂ ਉਹਨੇ ਇਹ ਜਿਹੜੇ ਨਾ ਵਿਸ਼ਾਲ ਜੋ ਬ੍ਰਹਿਮੰਡ ਬਣਾਏ, ਜੋ ਕ੍ਰਿਤ ਬਣਾਈ ਹੈ। ਪਰ ਪਰਮੇਸ਼ਰ ਜਿਹੜਾ ਆਪ ਨਿਰਾਕਾਰ ਹੈਗਾ, ਉਹਦੇ ਆਕਾਰ ਨੂੰ ਕੋਈ ਦੂਸਰਾ ਜਿਹੜਾ ਹੈ ਨਾ ਕਿਸੇ ਕਲਪਨਾ ਵਿੱਚ ਵੀ ਬਣਾ ਨਹੀਂ ਸਕਦਾ। ਕਿਉਂ? ਕਿਉਂਕਿ ਵਾਹਿਗੁਰੂ ਜੀ ਅਰੂਪ ਹੈ, ਅਨੂਪ ਹੈ, ਅਜੂ ਹੈ, ਅਭੂ ਹੈ, अलेख हैं, अपेख हैं, अनाम है, अकाम है, अधेय हैं, अपेय हैं, अजीत हैं, अपीत हैं। जो भाव की है जो सारे गुण उस परमेश्वर दे जो सानू गुरबाणी विचों प्राप्त हुंदे आ। सो कहण तो भाव यह हैगा कि वो शक्ति साडी कहण दे विच नहीं आउंदी, ना उस शक्ति जिहड़ी है साडी देखण 'च आउंदी आ, ना रसना दे नाल कहण 'च आउंदी आ, ना कंनां दे विच सुणदे 'च ना आउंदी आ, ना उस स्पर्श 'च आउंदी हैगी आ। ਉਹ ਸ਼ਕਤੀ ਜਿਹੜੀ ਹੈ ਨਾ ਇਸ ਕਰਕੇ ਉਸ ਸ਼ਕਤੀ ਨੂੰ ਅਸੀਂ ਹੈ ਨਾ ਜਾਣੀ ਕਿ ਲੇਖ ਤੋਂ ਅਲੇਖ ਕਹਿੰਦੇ ਹਾਂ। ਭਾਵ ਕੀ ਆ, ਇਸ ਨੂੰ ਅਸੀਂ ਸਿੱਧੇ ਤੌਰ 'ਤੇ ਅਕਥ ਕਥਾ ਕਹਿ ਦਿੰਦੇ ਹਾਂ। ਸੋ ਜਿਹੜੀ ਅਕਥ ਕਥਾ ਹੈ ਪਰਮੇਸ਼ਰ ਦੀ ਹੈਗੀ ਆ, ਇਹ ਤਾਂ ਹੁਣ ਉਹੇ ਹੀ ਜਾਣਦੇ ਹੈਗੇ ਆ ਜਿਹੜੇ ਪਰਮੇਸ਼ਰ ਦਾ ਰੂਪ ਹੋ ਚੁੱਕੇ ਹੈਗੇ ਆ। ਸੋ ਜਿਹੜੇ ਪਰਮੇਸ਼ਰ ਦਾ ਰੂਪ ਹੋ ਚੁੱਕੇ ਉਹ ਵਾਹਿਗੁਰੂ ਦੀ ਕਥ ਕਥਾ ਨੂੰ ਜਾਣਦੇ ਹੋਏ ਵੀ ਹੈ ਨਾ ਵਾਹਿਗੁਰੂ ਦੇ ਵਿੱਚ ਅਭੇਦ ਹੋ ਗਿਆ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਉਸ ਬਾਰੇ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੇ ਪਿੱਛੇ ਪਛਤਾਏ। ਉਹਦੀਆਂ ਇਹ ਗੱਲਾਂ ਨੂੰ ਕੋਈ ਕੱਥ ਨਹੀਂ ਸਕਦਾ। ਅਗਰ ਕੋਈ ਕਹਿਣ ਦਾ ਯਤਨ ਵੀ ਕਰੇਗਾ ਨਾ ਤੇ ਫਿਰ ਉਹਨੂੰ ਪਿੱਛੇ ਪਛਤਾਵਾ ਹੀ ਹੁੰਦਾ ਹੈ। ਇਸੇ ਕਰਕੇ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ
ਤੇ ਬਹੁਤਾ ਕਰਮ ਲਿਖਿਆ ਨਾ ਜਾਏ, ਕਿ ਵਾਹਿਗੁਰੂ ਦੀ ਜਿਹੜੀ ਬਖਸ਼ਿਸ਼ ਹੈ ਆਪਣੇ ਆਪ ਨੂੰ ਜਨਾਉਣ ਦੀ, ਇਹ ਵੀ ਕਹਿੰਦੇ ਹਨ ਇਨਸਾਨ ਤੋਂ ਬਹੁਤੀ ਲਿਖੀ ਨਹੀਂ ਜਾ ਸਕਦੀ, ਭਾਵ ਕਿ ਇੱਕ ਤਿਲ ਮਾਤਰ ਲਿਖੀ ਨਹੀਂ ਜਾ ਸਕਦੀ। ਕਿਉਂ? ਵੱਡਾ ਦਾਤਾ ਤਿਲ ਨਾ ਤਮਾਇਓ। ਵਾਹਿਗੁਰੂ ਏਡਾ ਵੱਡਾ ਦਾਤਾ ਹੈ ਕਿ ਏਡੀ ਵਿਸ਼ਾਲ ਰਚਨਾ ਦਾ ਕਰਤਾ ਹੋਣ ਕਰਕੇ ਉਹਨੂੰ ਇਸ ਰਚਨਾ ਦੇ ਵਿੱਚ, ਇਹ ਆਪਣੀ ਬਣਾਈ ਖੇਡ ਦੇ ਵਿੱਚ ਤਿਲ ਜਿੰਨਾ ਵੀ ਲਾਲਚ ਨਹੀਂ ਹੈ, ਕਿਸੇ ਚੀਜ਼ ਦੀ ਲਾਲਸਾ ਨਹੀਂ ਹੈਗੀ ਆ। ਸੋ ਇਹ ਹੈ ਉਹ ਪਰਮੇਸ਼ਰ ਦੀ ਜਿਹੜੀ ਅਮੋਲਕ ਦਾਤ, ਜਿਸ ਪਰਮੇਸ਼ਰ ਨੇ ਇਹ ਜੀਵ ਖਾਸ ਕਰਕੇ ਇਨਸਾਨੀ ਬੁੱਧੀ ਦੀ ਪਕੜ ਦੇ ਵਿੱਚ ਇਹ ਚੀਜ਼ ਲਿਆਂਦੀ ਆ, ਇਹਨੂੰ ਆਪਣੀ ਨਰ ਨਰੈਣੀ ਦੇ ਕੇ ਇਸ ਸ੍ਰਿਸ਼ਟੀ ਦੀ ਖੇਡ ਨੂੰ ਜਿਹੜਾ ਹੈਗਾ ਇਹ ਕੁਛ ਇੱਕ ਤਿਲ ਦੇ ਵਿੱਚ ਸਮਝਣ ਦਾ ਜਿਹੜਾ ਜੋ ਯਤਨ ਕਰਾਇਆ ਹੈਗਾ, ਉਹਦਾ ਇਹ ਇਨਸਾਨ ਜਿਹੜਾ ਜੁਗਾ ਜਗੰਤਰਾਂ ਤੱਕ ਇੱਕ ਕਿਣਕਾ ਮਾਤਰ ਵੀ ਜਿਹੜਾ ਕਦੀ ਵਾਹਿਗੁਰੂ ਦਾ ਰਿਣ ਨਹੀਂ ਚੁਕਾ ਸਕਦਾ। ਬਸ ਆਪਣੇ ਧੰਨ ਭਾਗੀ ਉਹ ਸਮਝੇ ਜਿਸ ਨੇ ਵਾਹਿਗੁਰੂ ਜੀ ਦੀ ਇਹ ਵਿਸ਼ਾਲ ਰਚਨਾ ਨੂੰ ਜਿਹੜਾ ਹੈਗਾ ਆਪਣੇ ਬੁੱਧੀ ਦੇ ਵਿੱਚ ਜਾਂ ਆਪਣੇ ਅਨੁਭਵ ਦੇ ਵਿੱਚ ਨਾਪ ਕੇ ਉਸ ਕਰਤਾ ਧਰਤਾ ਕਾਲ ਪੁਰਖ ਚਰਨਾਂ ਦੇ ਵਿੱਚ ਆਪਣੇ ਆਪ ਨੂੰ ਸਮਰਪਣ ਕਰ ਦਿੱਤਾ ਹੈਗਾ। ਸੋ ਜਿਹੜਾ ਕਾਲ ਪੁਰਖ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਸਮਰਪਣ ਕਰਨਾ ਬਸ ਇਹੋ ਹੀ ਵਾਹਿਗੁਰੂ ਦੀ ਵੱਡੀ ਖੁਸ਼ੀ ਹੈ, ਵੱਡਾ ਖੇੜਾ ਹੈ, ਵੱਡਾ ਆਨੰਦ ਹੈ। ਤੇ ਉਹ ਵਾਹਿਗੁਰੂ ਜੀ ਜਿਹੜੇ ਮਾਤਾ ਪਿਤਾ ਹਨ, ਫਿਰ ਉਹ ਸਮਰਪਣ ਹੋਈ ਰੂਹ ਨੂੰ ਆਪਣੇ ਬੱਚੇ ਦੀ ਤਰ੍ਹਾਂ ਫਿਰ ਪਾਲਦੇ ਆ, ਲਾਡ ਲਟਾਉਂਦੇ ਆ, ਅਤੇ ਉਸ ਲਾਡ ਦੇ ਵਿੱਚ ਪਰਮੇਸ਼ਰ ਜੀ ਜਿਹੜੇ ਫਿਰ ਉਸ ਨੂੰ ਇੰਨਾ ਉੱਚਾ ਚੱਕ ਦਿੰਦੇ ਆ ਕਿ ਉਹਨੂੰ ਆਪਣਾ ਹੀ ਰੂਪ ਬਖਸ਼ ਦਿੰਦੇ ਆ। ਇਸੇ ਕਰਕੇ ਸਾਨੂੰ ਗੁਰੂ ਸਾਹਿਬ ਨੇ ਕਿਹਾ ਹੈ ਕਿ ਏਵੜ ਉੱਚਾ ਹੋਵੇ ਕੋ ਤਿਸ ਉੱਚੇ ਕੋ ਜਾਣੇ ਸੋ, ਕਿ ਅਗਰ ਕੋਈ ਰੱਬ ਵਰਗਾ ਉੱਚਾ ਹੋ ਜਾਵੇ ਫਿਰ ਹੀ ਉਹ ਰੱਬ ਨੂੰ ਜਾਣ ਸਕਦਾ ਹੈਗਾ, ਦੂਸਰਾ ਜਾਣ ਨਹੀਂ ਸਕਦਾ। ਪਰ ਜਿਹੜੇ ਉੱਚੇ ਹੋਏ ਆ ਪਰਮੇਸ਼ਰ ਨੇ ਕੀਤੇ ਆ, ਉਹਨਾਂ ਨੇ ਵੀ ਵਾਹਿਗੁਰੂ ਨੂੰ ਉਹਨਾਂ ਨੂੰ ਬੇਅੰਤ ਕਹਿ ਕੇ ਹੀ ਨਮਸਕਾਰਾਂ ਕੀਤੀਆਂ ਹੈ। ਸੋ ਇੰਨੇ ਵਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।